Good morning, students. Today we will do new topic stores control. To further strengthen material control, purchase control must be matched by equal effective stores control to avoid losses from misappropriation, damages, carelessness, evaporation, etc. ਜੇ ਆਪਾਂ ਗੱਲ ਕਰੀਏ ਸਟੋਰ ਕੰਟਰੋਲ ਦੀ ਤਾਂ ਸਟੋਰ ਕੰਟਰੋਲ ਮੀਨਿੰਗ ਕੀ ਹੈ ਵੀ ਜਿੰਨਾ ਵੀ ਆਪਣੇ ਕੋਲ ਰॉ ਮਟੀਰੀਅਲ ਪਿਆ ਉਸ ਨੂੰ ਡਿਸਟਰਕਸ਼ਨ ਤੋਂ ਇਵੈਪੋਰੇਟ ਹੋਣ ਤੋਂ ਨਾ ਉਸ ਨੂੰ ਕੀ ਕਰਨਾ ਆਪਾਂ ਨੇ ਸਿਕਿਉਰ ਕਰਨਾ ਸੇਵ ਕਰਨਾ ਤਾਂ ਆਪਾਂ ਉਸ ਨੂੰ ਕੀ ਕਹਿ ਸਕਦੇ ਹਾਂ ਹਾਊ ਟੂ ਕੰਟਰੋਲ ਦਾ ਸਟੋਰ ਦੈਨ ਸਟੋਰ ਡਿਪਾਰਟਮੈਂਟ ਲੋਕੇਸ਼ਨ ਐਂਡ ਲੇਆਊਟ ਸਭ ਤੋਂ ਪਹਿਲਾਂ ਦੇਖੋ ਸਟੋਰ ਕੰਟਰੋਲ ਦੇ ਵਿੱਚ ਕੀ ਹੈ ਵੀ ਜਿੱਥੇ ਵੀ ਆਪਣਾ ਰॉ ਮਟੀਰੀਅਲ ਸਟੋਰਡ ਹੈ ਉਹ ਪਲੇਸ ਕੀ ਹੋਣੀ ਚਾਹੀਦੀ ਹੈ ਸੇਫ ਹੋਣੀ ਚਾਹੀਦੀ ਹੈ ਸਿਕਿਉਰ ਹੋਣੀ ਚਾਹੀਦੀ ਹੈ ਤਾਂ ਜੇ ਆਪਾਂ ਗੱਲ ਕਰੀਏ ਲੋਕੇਸ਼ਨ ਐਂਡ ਲੇਆਊਟ ਦੀ ਲੋਕੇਸ਼ਨ ਆਫ ਅ ਸਟੋਰ ਡਿਪਾਰਟਮੈਂਟ ਸ਼ੁੱਡ ਬੀ ਕੇਅਰਫੁਲੀ ਪਲੈਨਡ ਆਊਟ ਐਂਡ ਇਟ ਸ਼ੁੱਡ ਬੀ ਹਾਊਸਡ ਇਨ ਅ ਪੋਜੀਸ਼ਨ ਵਿਚ ਇਜ਼ ਵੈਰੀ ਨੀਅਰ ਟੂ ਦ ਰਿਸੀਵਿੰਗ ਡਿਪਾਰਟਮੈਂਟ ਸੋ ਦੈਟ ਟਰਾਂਸਪੋਰਟੇਸ਼ਨ ਚਾਰਜਸ ਆਰ ਐਟ ਮਿਨੀਮਮ ਮੀਨਸ ਗੱਲ ਕਰਦੇ ਆਪਾਂ ਵੀ ਜਿੱਥੇ ਆਪਣਾ ਰॉ ਮਟੀਰੀਅਲ ਹੈ ਉਸ ਨੂੰ ਸਟੋਰ ਕਿੱਥੇ ਕਰਨਾ ਲੋਕੇਸ਼ਨ ਹੈ ਜਿਹੜੀ ਆਪਾਂ ਉਹ ਕਿਸ ਤਰ੍ਹਾਂ ਡਿਸਾਈਡ ਕਰਨੀ ਹੈ ਜਿੱਥੇ ਆਪਣਾ ਰਿਸੀਵਿੰਗ ਡਿਪਾਰਟਮੈਂਟ ਹੈ ਜਾਂ ਆਪਾਂ ਕਹਿ ਸਕਦੇ ਹਾਂ ਵੀ ਜਿੱਥੇ ਪ੍ਰੋਡਕਸ਼ਨ ਡਿਪਾਰਟਮੈਂਟ ਹੈ ਉੱਥੇ ਹੀ ਆਪਾਂ ਕੀ ਕਰ ਸਕਦੇ ਹਾਂ ਵੇਅਰ ਹਾਊਸਿਸ ਨੂੰ ਕ੍ਰੀਏਟ ਕਰ ਸਕਦੇ ਹਾਂ ਇਸਟੈਬਲਿਸ਼ ਕਰ ਸਕਦੇ ਹਾਂ ਕਿਉਂਕਿ ਦੇਖੋ ਵੇਅਰ ਹਾਊਸ ਤੋਂ ਰॉ ਮਟੀਰੀਅਲ ਜਾਣਾ ਪ੍ਰੋਡਕਸ਼ਨ ਡਿਪਾਰਟਮੈਂਟ ਦੇ ਵਿੱਚ ਜਿੰਨੀ ਜ਼ਿਆਦਾ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਹੋਣਗੇ ਨਿਕਟਤਾ ਹੋਊਗੀ ਉਨੀ ਜ਼ਿਆਦਾ ਜਿਹੜੇ ਆਪਣੇ ਟਰਾਂਸਪੋਰਟ ਚਾਰਜਸ ਨੇ ਉਹ ਕੀ ਹੋਣਗੇ ਮਿਨੀਮਮ ਹੋਣਗੇ ਤਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਲੋਕੇਸ਼ਨ ਹੈ ਅਤੇ ਲੇਆਊਟ ਹੈ ਉਹ ਕੀ ਹੋਣਾ ਚਾਹੀਦਾ ਹੈ ਪ੍ਰੀ ਡਿਟਰਮਾਈਂਡ ਹੋਣਾ ਚਾਹੀਦਾ ਇਸ ਤਰੀਕੇ ਦੇ ਨਾਲ ਦੈਨ ਕਲਾਸੀਫਿਕੇਸ਼ਨ ਐਂਡ ਕੋਡੀਫਿਕੇਸ਼ਨ ਇਸ ਦੇ ਵਿੱਚ ਕੀ ਹੁੰਦਾ ਹੈ ਵੀ ਆਪਾਂ ਨੇ ਜੋ ਪ੍ਰੋਡਕਟਸ ਨੇ ਨਾ ਉਹਨਾਂ ਨੂੰ ਕਲਾਸੀਫਾਈ ਕਰ ਦੇਣਾ ਕਿਉਂਕਿ ਜਦੋਂ ਆਪਾਂ ਕਲਾਸੀਫਾਈ ਕਰ ਦਿੰਦੇ ਹਾਂ ਪ੍ਰੋਡਕਟਸ ਨੂੰ ਤਾਂ ਆਪਾਂ ਨੂੰ ਈਜ਼ਲੀ ਮਿਲ ਜਾਂਦੇ ਨੇ ਦੇਖੋ ਹੁਣ ਲਾਇਬ੍ਰੇਰੀ ਹੈ ਲਾਇਬ੍ਰੇਰੀ ਦੇ ਵਿੱਚ ਇੱਕ ਲਾਇਬ੍ਰੇਰੀ ਦੇ ਵਿੱਚ ਕਿੰਨੀਆਂ ਸਾਰੀਆਂ ਬੁੱਕਸ ਹੁੰਦੀਆਂ ਨੇ ਜੇ ਤੁਹਾਨੂੰ ਕੋਈ ਤੁਸੀਂ ਲਾਇਬ੍ਰੇਰੀ ਦੇ ਵਿੱਚ ਐਂਟਰ ਹੋ ਜਾਓ ਤੁਸੀਂ ਆਪਣੇ ਸਬਜੈਕਟ ਦੀ ਕੋਈ ਬੁੱਕ ਲੈਣੀ ਹੈ ਬਿਨਾਂ ਕਲਾਸੀਫਿਕੇਸ਼ਨ ਦੇ ਤੁਹਾਡੇ ਲਈ ਪੋਸੀਬਲ ਹੋਊਗਾ ਫਾਈਂਡ ਆਊਟ ਕਰਨਾ ਜੇ ਪ੍ਰੋਪਰ ਕਲਾਸੀਫਿਕੇਸ਼ਨ ਕੀਤੀ ਗਈ ਹੈ ਕੋਡੀਫਿਕੇਸ਼ਨ ਕੀਤੀ ਗਈ ਹੈ ਆਲਰੇਡੀ ਤਾਂ ਤੁਸੀਂ ਈਜ਼ਲੀ ਜਾ ਕੇ ਆਪਣੀ ਜਿਹੜੀ ਡਿਪਾਰਟਮੈਂਟ ਦੀ ਬੁੱਕ ਹੈ ਆਪਣੇ ਸਬਜੈਕਟ ਦੀ ਬੁੱਕ ਆ ਉਹ ਈਜ਼ਲੀ ਫਾਈਂਡ ਆਊਟ ਕਰ ਲਓਗੇ ਤਾਂ ਸੇਮ ਗੱਲ ਹੁੰਦੀ ਹੈ ਰॉ ਮਟੀਰੀਅਲ ਦੀ ਜੇ ਆਪਣੇ ਕੋਲ ਕੀ ਹੈ ਰॉ ਮਟੀਰੀਅਲ ਦੀ ਕਲਾਸੀਫਿਕੇਸ਼ਨ ਅਤੇ ਕੋਡੀਫਿਕੇਸ਼ਨ ਕੀਤੀ ਹੋਈ ਹੈ ਵੀ ਆਪਾਂ ਨੂੰ ਇਹ ਵਾਲਾ ਮਟੀਰੀਅਲ ਇੱਥੇ ਮਿਲ ਸਕਦਾ ਇਹ ਵਾਲਾ ਮਟੀਰੀਅਲ ਜਿਹੜਾ ਇੱਥੇ ਮਿਲ ਸਕਦਾ ਤਾਂ ਆਪਾਂ ਈਜ਼ਲੀ ਇਹ ਜਿਹੜਾ ਮਟੀਰੀਅਲ ਨੂੰ ਫਾਈਂਡ ਆਊਟ ਕਰ ਸਕਦੇ ਹਾਂ ਅਤੇ ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ ਕਲਾਸੀਫਿਕੇਸ਼ਨ ਐਂਡ ਕੋਡੀਫਿਕੇਸ਼ਨ ਦੇਖੋ ਐਗਜ਼ਾਮਪਲ ਦੇ ਥਰੂ ਸਮਝੋ ਮਟੀਰੀਅਲ ਮੇ ਬੀ ਕਲਾਸੀਫਾਈਡ ਐਜ਼ ਕੰਸਟਰਕਸ਼ਨ ਮਟੀਰੀਅਲ ਕੰਜ਼ਿਊਮੇਬਲ ਸਟੋਰ ਸਪੇਅਰ ਪਾਰਟ ਲੂਬਰੀਕੇਟਿੰਗ ਆਇਲਸ ਅਬਰੈਸਿਵਸ ਇਟੈਕਸਟਰਾ ਹੁਣ ਮਟੀਰੀਅਲ ਦੇਖੋ ਰॉ ਮਟੀਰੀਅਲ ਵੀ ਹੋ ਸਕਦਾ ਕੋਈ ਨਾ ਕੋਈ ਕੰਜ਼ਿਊਮੇਬਲ ਵੀ ਹੋ ਸਕਦੇ ਨੇ ਡਿਊਰੇਬਲ ਨਾਨ ਡਿਊਰੇਬਲ ਪ੍ਰੋਡਕਟ ਦੇ ਤਾਂ ਕਿੰਨੀਆਂ ਸਾਰੀਆਂ ਟਾਈਪਸ ਨੇ ਤੁਸੀਂ ਮਾਰਕੀਟਿੰਗ ਦੇ ਵਿੱਚ ਵੀ ਪੜ੍ਹ ਰਹੇ ਹੋ ਪ੍ਰੋਡਕਟ ਬਾਰੇ ਤਾਂ ਵੀ ਜੇ ਆਪਾਂ ਗੱਲ ਕਰੀਏ ਕੋਡੀਫਿਕੇਸ਼ਨ ਦੀ ਤਾਂ ਕਲਾਸੀਫਿਕੇਸ਼ਨ ਦੇ ਆਪਾਂ ਨੂੰ ਇੱਕ ਇਹੀ ਬੈਨੀਫਿਟ ਹੈ ਵੀ ਆਪਾਂ ਨੂੰ ਜਿਹੜਾ ਮਟੀਰੀਅਲ ਹੈ ਉਹ ਈਜ਼ਲੀ ਫਾਈਂਡ ਆਊਟ ਹੋ ਜਾਂਦਾ ਨੈਕਸਟ ਇਜ਼ ਸਟੈਂਡਰਡਾਈਜੇਸ਼ਨ ਐਂਡ ਸਿੰਪਲੀਫਿਕੇਸ਼ਨ ਇਹ ਵੀ ਇੱਕ ਇੰਪੋਰਟੈਂਟ ਮੈਥਡਸ ਨੇ ਮਟੀਰੀਅਲ ਨੂੰ ਕੰਟਰੋਲ ਕਰਨ ਦੇ ਕਿਉਂ ਇਹਦੇ ਨਾਲ ਕੀ ਹੋ ਜਾਂਦਾ ਨੰਬਰ ਆਫ ਜਿਹੜੀਆਂ ਵਰਾਇਟੀਜ਼ ਨੇ ਉਹ ਰਿਡਿਊਸ ਹੋ ਜਾਂਦੀਆਂ ਨੇ ਐਫਰਟ ਸ਼ੁੱਡ ਬੀ ਮੇਡ ਟੂ ਅਲੋਟ ਸਪੈਸੀਫਿਕੇਸ਼ਨਸ ਟੂ ਈਚ ਆਈਟਮ ਸਟੋਰਡ ਇਨ ਦਾ ਲੈਜਰ ਜੇ ਆਪਾਂ ਗੱਲ ਕਰੀਏ ਸਟੈਂਡਰਡਾਈਜੇਸ਼ਨ ਦੀ ਤਾਂ ਸਟੈਂਡਰਡਾਈਜੇਸ਼ਨ ਦਾ ਮੀਨਿੰਗ ਕੀ ਹੁੰਦਾ ਵੀ ਕਿਸੇ ਵੀ ਇੱਕ ਪਰਟੀਕੂਲਰ ਪ੍ਰੋਡਕਟ ਦੀ ਕੁਆਲਿਟੀ ਦੇ ਰਿਲੇਟਡ ਕੋਈ ਵੀ ਡਾਊਟ ਨਾ ਰੱਖੋ ਠੀਕ ਹੈ ਜੇ ਆਪਾਂ ਕੀ ਕਰ ਰਹੇ ਹਾਂ ਪ੍ਰੋਡਕਟ ਦੀ ਸਟੈਂਡਰਡਾਈਜੇਸ਼ਨ ਕਰ ਰਹੇ ਹਾਂ ਤਾਂ ਆਪਾਂ ਨੰਬਰ ਆਫ ਵਰਾਇਟੀਜ਼ ਨੂੰ ਰਿਡਿਊਸ ਕਰ ਰਹੇ ਹਾਂ ਦੇਖੋ ਹੁਣ ਇਹ ਨਹੀਂ ਮੈਂ ਕਹਿ ਰਹੀ ਹੈਗੀ ਵੀ ਤੁਸੀਂ ਇੱਕ ਹੀ ਨਾਮ ਦਿਓ ਸਾਰੇ ਪ੍ਰੋਡਕਟਸ ਨੂੰ ਵੀ ਪ੍ਰੋਡਕਟ ਲਾਈਨ ਯੂਜ਼ ਕਰ ਲਓ ਹੁਣ ਇੱਕ ਪ੍ਰੋਡਕਟ ਦੇ ਲਈ ਜੇ ਆਪਾਂ ਗੱਲ ਕਰੀਏ ਨਾ ਬਹੁਤ ਸਾਰੀਆਂ ਹੁੰਦੀਆਂ ਨੇ ਜਿਵੇਂ ਪ੍ਰੋਡਕਟ ਵਿਡਥ ਪ੍ਰੋਡਕਟ ਲਾਈਨ ਪ੍ਰੋਡਕਟ ਵੈਡਥ ਇਹ ਸਾਰੇ ਹੁੰਦੇ ਨੇ ਇੱਕ ਇਹਨਾਂ ਦੇ ਵਿੱਚ ਡਿਫਰੈਂਟ ਕੈਟੇਗਰਾਈਜੇਸ਼ਨ ਕੀਤੀ ਜਾਂਦੀ ਹੈ ਤਾਂ ਸਟੈਂਡਰਡਾਈਜੇਸ਼ਨ ਅਤੇ ਸਿੰਪਲੀਫਿਕੇਸ਼ਨ ਦਾ ਮੀਨਸ ਕੀ ਹੈ ਵੀ ਇੱਕ ਇਸ ਤਰ੍ਹਾਂ ਦੇ ਟੈਕਨੀਕਸ ਅਤੇ ਟੂਲਸ ਨੂੰ ਅਡੋਪਟ ਕਰੋ ਜਿਸ ਦੇ ਥਰੂ ਜਿਹੜੀਆਂ ਆਪਣੀਆਂ ਕੀ ਨੇਗੀਆਂ ਪ੍ਰੋਡਕਟਸ ਨੇ ਉਹ ਸਿੰਪਲੀਫਾਈ ਹੋ ਜਾਣ ਨੰਬਰ ਆਫ ਵਰਾਇਟੀਜ਼ ਦੇ ਵਿੱਚ ਜਦੋਂ ਆ ਕੇ ਜਿਹੜਾ ਇੱਕ ਕੋਈ ਵੀ ਕੰਜ਼ਿਊਮਰ ਹੈ ਜਾਂ ਕੋਈ ਵੀ ਆਪਾਂ ਕਹਿ ਸਕਦੇ ਹਾਂ ਕਿ ਵੀ ਮੈਨੂਫੈਕਚਰਰ ਹੈ ਵੀ ਉਸਨੂੰ ਕਨਫਿਊਜ਼ਨ ਨਾ ਕ੍ਰੀਏਟ ਹੋਵੇ ਮਾਈਂਡ ਦੇ ਵਿੱਚ ਤਾਂ ਵੈਸੇ ਇਸ ਦਾ ਜੇ ਆਪਾਂ ਗੱਲ ਕਰੀਏ ਮੋਸਟ ਐਪਰੋਪ੍ਰੀਏਟ ਟੈਕਨੀਕ ਹੈ ਤਾਂ ABC ਅਨਾਲਿਸਿਸ ਹੈ ਐਕਟੀਵਿਟੀ ਬੇਸਡ ਕੋਸਟਿੰਗ ਕਿਉਂਕਿ ਉਹਦੇ ਨਾਲ ਆਪਾਂ ਕੀ ਕਰਦੇ ਹਾਂ 1 to 1 ਐਕਟੀਵਿਟੀ ਦੇ ਬੇਸਿਸ 'ਤੇ ਕੋਸਟ ਪ੍ਰੀ ਡਿਟਰਮਾਈਨਡ ਕਰ ਲੈਂਦੇ ਹਾਂ ਜਿਸ ਦੇ ਨਾਲ ਜਿਹੜੀ ਕਨਫਿਊਜ਼ਨ ਹੈ ਉਹ ਨਹੀਂ ਕ੍ਰੀਏਟ ਹੋ ਪਾਉਂਦੀ ABC ਦੇ ਵਿੱਚ ਕੀ ਹੁੰਦਾ ਹੈ ਵੀ ਜਿਵੇਂ 10 20 30 30 20 10 ਫਸਟ 10 ਨੂੰ ਆਪਾਂ ਨੇ 70 ਦੇ ਵਿੱਚ ਰੱਖਿਆ ਨੈਕਸਟ 20 ਨੂੰ 80 ਦੇ ਵਿੱਚ ਰੱਖਿਆ ਨੈਕਸਟ 30 ਨੂੰ ਆਪਾਂ ਨੇ 90 ਦੇ ਵਿੱਚ ਇਸ ਤਰ੍ਹਾਂ ਆਪਾਂ ਕੀ ਕਰ ਲੈਣਾ ਦੀ ਸਿੰਪਲੀਫਿਕੇਸ਼ਨ ਕਰ ਲੈਂਦੇ ਹਾਂ ਪ੍ਰੋਡਕਟਸ ਦੀ
ਇਹਦੇ ਦੇਖੋ ਐਡਵਾਂਟੇਜਸ ਕੀ ਨੇ ਵੀ ਇੱਕ ਵਾਰੀ ਸਟੈਂਡਰਡਾਈਜੇਸ਼ਨ ਹੋ ਗਈ ਤਾਂ ਉਹਦੇ ਲਈ ਕੀ ਹੋ ਜਾਂਦਾ, ਈਜੀ ਹੋ ਜਾਂਦਾ, ਲਾਸ ਔਨ ਅਕਾਊਂਟ ਵੀ ਆਪਣਾ ਕੀ ਹੋ ਜਾਂਦਾ, ਓਵਰਕਮ ਹੋ ਜਾਂਦਾ, ਇੰਸਪੈਕਸ਼ਨ ਫਾਰਮੈਲਿਟੀਜ਼ ਰਿਡਿਊਸਡ ਹੋ ਜਾਂਦੀਆਂ ਨੇ। ਦੈਨ ਟਾਈਪਸ ਆਫ ਸਟੋਰ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ, ਸੈਂਟਰਲਾਈਜ਼ਡ ਅਤੇ ਡੀਸੈਂਟਰਲਾਈਜ਼ਡ। ਸੈਂਟਰਲਾਈਜੇਸ਼ਨ ਇਹ ਹੁੰਦੀ ਵੀ ਇਕੋਨਮਿਕ ਪਾਵਰ ਰਿਮੇਨਸ ਵਿਦ ਫਿਊ ਹੈਂਡਸ, ਜਦੋਂ ਕੁਝ ਕੁ ਹੱਥਾਂ ਦੇ ਵਿੱਚ ਪਾਵਰ ਹੁੰਦੀ ਆ ਉਹ ਸੈਂਟਰਲਾਈਜੇਸ਼ਨ ਹੁੰਦਾ ਵੀ ਜੇ ਸਟੋਰ ਕੰਟਰੋਲ ਹੈ, ਰॉ ਮਟੀਰੀਅਲ ਕੰਟਰੋਲ ਕਰਨਾ ਉਹ ਸਿਰਫ ਇੱਕ ਪਰਸਨ ਦੇ ਕੋਲ ਹੈ ਤਾਂ ਉਹ ਸੈਂਟਰਲਾਈਜ਼ਡ ਸਿਸਟਮ ਹੈ। ਜੇ ਉਹ ਸਾਰਿਆਂ ਕੋਲੇ ਦੇ ਦਿੱਤਾ ਗਿਆ ਤਾਂ ਉਹ ਕੀ ਬਣ ਜਾਂਦਾ, ਡੀਸੈਂਟਰਲਾਈਜ਼ਡ ਬਣ ਜਾਂਦਾ। ਇੰਡੀਪੈਂਡੈਂਟ ਸਟੋਰਸ ਆਰ ਸਿਚੁਏਟਡ ਇਨ ਵੈਰੀਅਸ ਡਿਪਾਰਟਮੈਂਟਸ, ਹੈਂਡਲਿੰਗ ਆਫ ਸਟੋਰ ਇਜ਼ ਅੰਡਰਟੇਕਨ ਬਾਈ ਸਟੋਰ ਕੀਪਰ ਇਨ ਈਚ ਡਿਪਾਰਟਮੈਂਟ। ਹਰ ਇੱਕ ਡਿਪਾਰਟਮੈਂਟ ਦਾ ਜਿਹੜਾ ਆਪਣਾ ਇੰਡੀਪੈਂਡੈਂਟਲੀ ਸਟੋਰ ਡਿਪਾਰਟਮੈਂਟ ਕ੍ਰੀਏਟ ਕੀਤਾ ਜਾਂਦਾ, ਤਾਂ ਆਪਾਂ ਕੀ ਕਹਿ ਸਕਦੇ ਹਾਂ ਕਿ ਇਹ ਕੀ ਹੈ, ਡੀਸੈਂਟਰਲਾਈਜ਼ਡ ਹੈ। ਦੈਨ ਸੈਂਟਰਲ ਸਟੋਰ ਵਿਦ ਸਬ ਸਟੋਰ। ਸਬ ਸਟੋਰ ਦਾ ਮੀਨ ਕੀ, ਦੇਖੋ ਹੁਣ ਇੱਕ ਹੈ ਪ੍ਰੋਡਕਸ਼ਨ ਡਿਪਾਰਟਮੈਂਟ। ਪ੍ਰੋਡਕਸ਼ਨ ਡਿਪਾਰਟਮੈਂਟ ਦੇ ਵਿੱਚ ਆਪਾਂ ਨੇ ਮੰਨ ਲਿਆ ਵੀ 1 ਈਅਰ, ਅੱਜ ਤੋਂ ਲੈ ਕੇ 1 ਈਅਰ ਤੱਕ ਇੱਥੇ ਹੋ ਸਕਦਾ ਹੈ 1 ਲੱਖ ਯੂਨਿਟਸ ਜਾਂ 1 ਲੱਖ ਯੂਨਿਟਸ ਵੀ ਕਹਿ ਸਕਦੇ ਹਾਂ ਜਾਂ 1 ਲੱਖ ਟਨਸ ਵੀ ਕਹਿ ਸਕਦੇ ਵੀ ਆਪਾਂ ਨੂੰ ਰॉ ਮਟੀਰੀਅਲ ਚਾਹੀਦਾ, ਤਾਂ ਹੋ ਸਕਦਾ ਵੀ ਇਸ ਦੇ ਲਈ ਇੰਨਾ ਸਾਰਾ ਮਟੀਰੀਅਲ ਜਿਹੜਾ ਉਹ ਰੱਖਣਾ ਪੋਸੀਬਲ ਨਾ ਹੋਵੇ, ਤਾਂ ਇਹ ਅੱਗੇ ਆਪਣੇ ਸਬ ਪਾਰਟਸ ਓਪਨ ਕਰ ਲੈਂਦਾ ਜਿੱਥੇ ਥੋੜ੍ਹਾ ਥੋੜ੍ਹਾ ਮਟੀਰੀਅਲ ਕੀ ਕਰਕੇ ਰੱਖ ਲੈਂਦਾ, ਸੇਵ ਕਰਕੇ ਰੱਖ ਲੈਂਦਾ। ਨੈਕਸਟ ਟੋਪਿਕ ਇਜ਼ ਸਟੋਰ ਕੀਪਰ। ਹੁਣ ਸਟੋਰ ਕੀਪਰ ਕੌਣ ਹੋਏਗਾ, ਜਿਹੜਾ ਵੇਅਰ ਹਾਊਸ ਦੇ ਬਾਹਰ ਪਰਸਨ ਖੜਿਆ ਉਹ ਸਟੋਰ ਕੀਪਰ ਹੈ, ਕਿਉਂਕਿ ਉਸ ਦੀ ਰਿਸਪੋਂਸੀਬਿਲਿਟੀ ਹੈ ਕੀ ਕਰਨਾ, ਸਟੋਰ ਨੂੰ ਮੇਨਟੇਨ ਕਰਕੇ ਰੱਖਣਾ। ਜੇ ਸਟੋਰ ਕਿੰਨਾ ਸਟੋਰ ਆਇਆ, ਕਿੰਨਾ ਮਟੀਰੀਅਲ ਆਇਆ ਅਤੇ ਕਿੰਨਾ ਗਿਆ। ਦੈਨ ਰਿਸੀਵਿੰਗ ਦਾ ਸਟੋਰ ਕਰੈਕਟਲੀ ਸਟੋਰ ਨੂੰ ਰਿਸੀਵ ਕਰਨਾ। ਐਂਟਰਿੰਗ ਆਲ ਦ ਰਸੀਟਸ ਰੈਗੂਲਰਲੀ, ਰਸੀਟ ਨੂੰ ਰੈਗੂਲਰਲੀ ਐਂਟਰ ਕਰਨਾ। ਪੇਮੈਂਟ ਨੂੰ ਵੀ ਕਰਨਾ। ਪਲੇਸ ਫॉर ਐਵਰੀਥਿੰਗ ਐਂਡ ਐਵਰੀਥਿੰਗ ਇਜ਼ ਇਨ ਇਟਸ ਪਲੇਸ। ਸੇਮ ਦੇਖੋ ਹੁਣ ਲਾਇਬ੍ਰੇਰੀ ਦੀ ਤੁਸੀਂ ਐਗਜ਼ਾਮਪਲ ਲੈ ਕੇ ਚੱਲੋ, ਲਾਇਬ੍ਰੇਰੀ ਦੇ ਵਿੱਚ ਬੁੱਕਸ ਨੇ ਤਾਂ ਉਹ ਰਿਸਪੋਂਸੀਬਿਲਿਟੀ ਕਿਸ ਦੀ ਹੈ, ਲਾਇਬ੍ਰੇਰੀਅਨ ਦੀ ਹੈ ਵੀ ਜੇ ਬੁੱਕ ਕੋਈ ਇਸ਼ੂ ਹੋਈ ਹੈ ਕਦੋਂ ਹੋਈ ਹੈ, ਜੇ ਨਿਊ ਬੁੱਕਸ ਆਈਆਂ ਨੇ ਤਾਂ ਕਦੋਂ ਆਈਆਂ ਨੇ, ਦੇਖੋ ਹੈ ਨਾ, ਤਾਂ ਉਹ ਸਾਰਾ ਕੰਮ ਕਿਸ ਨੇ ਕਰਨਾ ਹੁੰਦਾ, ਇੱਕ ਲਾਇਬ੍ਰੇਰੀਅਨ ਨੇ ਕਰਨਾ ਹੁੰਦਾ। ਸੇਮ ਤੁਸੀਂ ਕਿਸ ਦਾ ਕੇਸ ਮੰਨ ਲਓ, ਸਟੋਰ ਦਾ ਮੰਨ ਲਓ ਵੀ ਜੇ ਸਟੋਰ ਦੀ ਰਿਸਪੋਂਸੀਬਿਲਿਟੀ ਉਹ ਕਿਸ ਦੀ ਹੈ, ਸਟੋਰ ਕੀਪਰ ਦੀ ਹੈ। ਦੈਨ ਰਿਕੁਆਈਜ਼ੇਸ਼ਨਿੰਗ ਫਰੋਮ ਪਰਚੇਸਿੰਗ ਡਿਪਾਰਟਮੈਂਟ ਵੈਨ ਦਾ ਸਟਾਕ ਆਫ ਮਟੀਰੀਅਲ ਰੀਚ ਦਾ ਰੀਆਰਡਰ ਲੈਵਲ। ਆਰਡਰਿੰਗ ਲੈਵਲ, ਰੀਆਰਡਰਿੰਗ ਲੈਵਲ ਇਹ ਆਪਾਂ ਸਾਰੇ ਜੇ ਕਰਨੇ ਨੇ। ਦੈਨ ਚੈਕਿੰਗ ਦੀ ਬੈਲੈਂਸ ਆਫ ਬਿਨ ਕਾਰਡਸ ਵਿਦ ਫਿਜ਼ੀਕਲ ਕੁਆਂਟੀਟੀਜ਼ ਇਨ ਦਾ ਬਿਨਸ। ਬਿਨ ਕਾਰਡ ਕੀ ਹੁੰਦਾ, ਬਿਨ ਕਾਰਡ ਇਹ ਹੁੰਦਾ ਹੈਗਾ ਵੀ ਜਿਹੜਾ ਸਟੋਰ ਕੀਪਰ ਹੈ ਨਾ ਉਸਨੇ ਮੇਨਟੇਨ ਕਰਕੇ ਰੱਖਣਾ ਹੁੰਦਾ ਬਿਨ ਕਾਰਡ ਨੂੰ। ਹਾਓ, ਬਿਨ ਕਾਰਡ ਦੇ ਵਿੱਚ ਕੀ ਹੁੰਦਾ ਹੈ, ਸਟੋਰ ਕੀਪਰ ਨੇ ਕੀ ਕਰਨਾ, ਤੁਸੀਂ ਰॉ ਮਟੀਰੀਅਲ ਲੈ ਕੇ ਆਏ, ਉਸਨੇ ਨਾਲ ਦੇ ਨਾਲ ਐਂਟਰੀ ਪੋਸਟ ਕਰ ਦਿੱਤੀ, ਠੀਕ ਹੈ। ਉਸ ਤੋਂ ਬਾਅਦ ਕੀ ਕਰਿਆ, ਕੋਈ ਉਹਨੇ ਨਵਾਂ ਰॉ ਮਟੀਰੀਅਲ ਪਰਚੇਸ ਕੀਤਾ, ਨਾਲ ਦੇ ਨਾਲ ਐਂਟਰੀ ਪੋਸਟ ਕਰ ਦਿੱਤਾ, ਉਹ ਇੱਕ ਬਿਨ ਕਾਰਡ ਦੀ ਹੈਲਪ ਦੇ ਥਰੂ ਹੀ ਪੋਸੀਬਲ ਹੈ ਵੀ ਉਹਦੇ ਕੋਲ ਇੱਕ ਕੀ ਹੈ, ਪ੍ਰੂਫ ਹੈ ਵੀ ਹਾਂ ਮੈਂ ਡੇ ਟੂ ਡੇ ਟ੍ਰਾਂਜੈਕਸ਼ਨਸ ਰਿਕਾਰਡ ਕਰ ਰਿਹਾ। ਤਾਂ ਬਿਨ ਕਾਰਡ ਕੁਛ ਵੀ ਨਹੀਂ ਹੈਗਾ। ਬਿਨ ਕਾਰਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਨਾਲ ਦੀ ਨਾਲ ਹਰ ਇੱਕ ਟ੍ਰਾਂਜੈਕਸ਼ਨ ਨੂੰ ਪੋਸਟ ਕਰਨਾ ਕੀ ਹੈ, ਇੱਕ ਸ਼ੌਪਕੀਪਰ ਦੀ, ਇੱਕ ਸਟੋਰ ਕੀਪਰ ਦੀ ਰਿਸਪੋਂਸੀਬਿਲਿਟੀ ਹੁੰਦੀ ਹੈ, ਜਿਸ ਦੇ ਥਰੂ ਆਪਾਂ ਕੀ ਕਰ ਸਕਦੇ ਹਾਂ, ਇਸ ਨੂੰ ਵੇਸਟੇਜ ਨੂੰ ਓਵਰਕਮ ਕਰ ਸਕਦੇ ਹਾਂ। ਤਾਂ ਉਹ ਕੀ ਹੁੰਦਾ, ਬਿਨ ਕਾਰਡ। Bin card is a record of the receipt and issue of material and it is kept for an item of stores carried. Quantity of store received is entered in the receipt column and quantity of store issued is recorded in the issue column. ਕਿੰਨੀਆਂ receipts ਹੋਈਆਂ ਨੇ, ਕਿੰਨੀਆਂ payments ਹੋਈਆਂ ਨੇ, ਸਾਰੀਆਂ ਕਿਸ ਦੇ ਥਰੂ ਕਰ ਸਕਦਾ, ਇੱਕ ਸਟੋਰ ਕੀਪਰ ਬਿਨ ਕਾਰਡ ਦੇ ਥਰੂ। ਬਿਨ ਕਾਰਡ ਇਜ਼ ਆਲਸੋ ਨੋਨ ਐਜ਼ ਬਿਨ ਟੈਗ ਔਰ ਸਟਾਕ ਕਾਰਡ। ਤਾਂ ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ, ਸਟਾਕ ਕਾਰਡ ਵੀ ਕਹਿ ਸਕਦੇ ਹਾਂ। ਹੁਣ ਦੇਖੋ ਬਿਨ ਕਾਰਡ ਤੁਸੀਂ ਕੀ ਕਰਦੇ ਹੋ, ਜੇ ਤੁਸੀਂ ਕਦੇ ਜਿਵੇਂ ਲਗਾ ਲਓ ਆਪਾਂ ਰਿਲਾਇੰਸ ਵਗੈਰਾ ਦੇ ਵਿੱਚ ਸ਼ੋਪਿੰਗ ਕੀਤੀ ਹੋਣੀ ਤੁਸੀਂ ਸਾਰਿਆਂ ਨੇ, ਉਹ ਆਪਾਂ ਨੂੰ ਉੱਥੇ ਕੀ ਇਸ਼ੂ ਕੀਤਾ ਹੁੰਦਾ, ਇੱਕ ਕਾਰਡ ਇਸ਼ੂ ਕੀਤਾ ਹੁੰਦਾ। ਤੁਸੀਂ ਫਸਟ ਟਾਈਮ ਉੱਥੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਇੱਕ ਉਹ ਕਾਰਡ ਇਸ਼ੂ ਕਰ ਦੇਣਗੇ ਵੀ ਨੈਕਸਟ ਟਾਈਮ ਤੁਸੀਂ ਇਹ ਕਾਰਡ ਦਿਖਾ ਕੇ ਕਿੰਨੀ ਵੀ ਮਰਜ਼ੀ ਬਾਇੰਗ ਕਰ ਸਕਦੇ ਹੋ। ਤਾਂ ਸੇਮ ਕੇਸ ਕੀ ਹੈ ਬਿਨ ਕਾਰਡ ਦਾ। ਬਿਨ ਕਾਰਡ ਇੱਕ ਪ੍ਰੂਫ ਹੈ ਜਿਸ ਦੇ ਥਰੂ ਜਿਹੜਾ ਸਟੋਰ ਕੀਪਰ ਹੈ ਉਹ ਰਸੀਟਸ ਅਤੇ ਪੇਮੈਂਟਸ ਜਿਹੜੀ ਪ੍ਰੋਪਰ ਹੈ ਮੇਨਟੇਨ ਕਰ ਸਕਦਾ, ਰਿਕਾਰਡਸ ਵਗੈਰਾ ਨੂੰ। ਤਾਂ ਬਿਨ ਕਾਰਡ ਨੂੰ ਆਪਾਂ ਕੀ ਕਹਿ ਸਕਦੇ ਹਾਂ, ਇਸ ਨੂੰ ਇੱਕ ਸਟੋਰ ਕਾਰਡ ਵੀ ਕਹਿ ਸਕਦੇ ਜਾਂ ਫਿਰ ਰਿਟਰਨ ਪ੍ਰੂਫ ਕਾਰਡ ਵੀ ਕਹਿ ਸਕਦੇ ਹਾਂ। ਡਬਲ ਬਿਨ ਸਿਸਟਮ ਕੀ ਹੁੰਦਾ, ਸਮ ਕੰਸਰਨ ਡਿਵਾਈਡ ਦਾ ਬਿਨ ਰੈਕਸ ਔਰ ਸ਼ੈਲਸ ਇਨ 2 ਪਾਰਟਸ, ਸਮੋਲੈਸਟ ਪਾਰਟ ਟੂ ਸਟੋਰ ਦਾ ਕੁਆਂਟਿਟੀ ਇਕੁਅਲ ਟੂ ਮਿਨੀਮਮ ਕੁਆਂਟਿਟੀ ਐਂਡ ਅਦਰ ਪਾਰਟ ਟੂ ਸਟੋਰ ਦਾ ਰਿਮੇਨਿੰਗ ਕੁਆਂਟਿਟੀ। ਤਾਂ ਹੋ ਸਕਦਾ ਵੀ ਉਹ ਕੁਛ ਛੋਟੀਆਂ ਆਈਟਮਸ ਨੂੰ ਇੱਕ ਸਾਈਡ ਰੱਖ ਸਕਦਾ ਅਤੇ ਲਾਰਜਰ ਕੁਆਂਟੀਟੀਜ਼ ਨੂੰ ਇੱਕ ਸਾਈਡ ਰੱਖ ਸਕਦਾ, ਆਪਾਂ ਉਸਨੂੰ ਕੀ ਕਹਿ ਸਕਦੇ, ਡਬਲ ਬਿਨ ਸਿਸਟਮ। ਸਟੋਰ ਲੈਜਰ, ਜਦੋਂ ਤੁਸੀਂ ਇਹ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਪੋਸਟ ਕਰ ਚੁੱਕੇ ਹੋ ਤਾਂ ਲੈਜਰ ਕੀ ਪ੍ਰੋਵਾਈਡ ਕਰਦਾ, ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਜਿਸ 'ਤੇ ਤੁਸੀਂ ਕੀ ਕਰ ਸਕਦੇ ਹੋ, ਮਟੀਰੀਅਲ ਦੀ ਪ੍ਰਾਈਸਿੰਗ ਕਰ ਸਕਦੇ ਹੋ ਅਤੇ ਇਸ਼ੂ ਕਰ ਸਕਦੇ ਹੋ ਮਨੀ ਵੈਲਿਊ ਨੂੰ ਐਟ ਐਨੀ ਟਾਈਮ। ਤਾਂ ਇਹ ਸੀ ਆਪਣਾ ਅੱਜ ਦਾ ਟੋਪਿਕ। ਥੈਂਕ ਯੂ।